ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਜਾਣਾਂਗੇ ਕਿ ਈਟੀਟੀ ਦੀ ਸਕਰੂਟਨੀ ਵਾਸਤੇ ਫਾਈਲ ਹੈ ਉਹ ਕਿਵੇਂ ਰੈਡੀ ਕਰਨੀ ਹੈ, ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਹੈ, ਕੀ ਪ੍ਰੋਸੀਜਰ ਹੋਏਗਾ। ਸਭ ਤੋਂ ਪਹਿਲਾਂ ਤੁਸੀਂ ਇੱਕ ਰਿਕਰੂਟਮੈਂਟ ਵਾਲਾ ਪੇਜ ਹੈ ਉਹ ਲੈਣਾ ਹੈ। ਪਹਿਲਾਂ ਇਹਦੇ ਵਿੱਚ ਰਿਕਰੂਟਮੈਂਟ ਨੇਮ ਭਰਨਾ, ਰਜਿਸਟ੍ਰੇਸ਼ਨ ਨੰਬਰ, ਐਪਲੀਕੇਸ਼ਨ ਨੰਬਰ ਅਤੇ ਪੋਸਟ ਸਾਰਾ ਕੁਝ ਭਰ ਲੈਣਾ। ਕੈਟੇਗਰੀ ਦੇ ਵਿੱਚ ਤੁਸੀਂ ਉਹੀ ਕੈਟੇਗਰੀ ਲਿਖਣੀ ਹੈ ਜਿਹਦੇ ਵਿੱਚ ਤੁਸੀਂ ਅਪਲਾਈ ਕੀਤਾ। ਫੋਰ ਐਗਜ਼ਾਮਪਲ ਤੁਸੀਂ ਜਰਨਲ ਦੇ ਵਿੱਚ ਅਪਲਾਈ ਕੀਤਾ ਤਾਂ ਜਰਨਲ ਆਏਗਾ, BC ਹੈ ਤਾਂ BC ਆਏਗਾ। ਜੇਕਰ ਤੁਸੀਂ BC ਕਾਸਟ ਤੋਂ ਬਿਲੋਂਗ ਕਰਦੇ ਹੋ ਪਰ ਜਰਨਲ ਦੇ ਵਿੱਚ ਅਪਲਾਈ ਕੀਤਾ ਤਾਂ ਵੀ ਤੁਸੀਂ ਜਰਨਲ ਹੀ ਲਿਖੋਗੇ। ਸਬ ਕਾਸਟ ਜਿਹੜੀ ਤੁਹਾਡੀ ਹੈ ਉਹ ਲਿਖੋਗੇ। ਇਹ ਪੇਜ ਨੂੰ ਤੁਸੀਂ ਇਸ ਤਰ੍ਹਾਂ ਦੀ ਫਾਈਲ ਦੇ ਉੱਪਰ ਚਿਪਕਾ ਕੇ ਫੇਰ ਲੈ ਕੇ ਜਾਣਾ। ਉਹਦੇ ਤੁਹਾਨੂੰ ਕਮੇਟੀ ਅਤੇ ਸੀਰੀਅਲ ਨੰਬਰ ਦੱਸਿਆ ਜਾਏਗਾ, ਉਹਦੇ ਅਕੋਰਡਿੰਗ ਤੁਸੀਂ ਉੱਪਰ ਉਹਨੂੰ ਲਿਖ ਲੈਣਾ। ਅਗਲਾ ਸਾਡਾ ਪੇਜ ਹੈ ਪੜਤਾਲ ਫਾਰਮ। ਇਹ ਟੋਟਲ 5 ਪੇਜ ਨੇ। ਇਹਦੇ ਉੱਤੇ ਤੁਸੀਂ ਇੱਕ ਸਾਈਡ 'ਤੇ 4 ਫੋਟੋਆਂ ਸਟੈਪਲ ਕਰਨੀਆਂ। ਤੁਸੀਂ ਟੋਟਲ ਪੰਨੇ ਲਿਖਣੇ ਆ ਵੀ ਕਿੰਨੇ ਹੈ ਅਤੇ ਫਿਰ ਤੁਸੀਂ ਸਾਈਨ ਕਰਨੇ ਆ ਉੱਪਰ। ਉਸ ਤੋਂ ਬਾਅਦ ਤੁਸੀਂ ਫੋਰਮ ਫਿਲ ਕਰਨਾ। ਸਭ ਤੋਂ ਪਹਿਲਾਂ ਤੁਸੀਂ ਰਿਕੁਆਇਰਮੈਂਟ ਨੇਮ ਲਿਖੋਗੇ, ਅਸਾਮੀ ਦਾ ਨਾਮ ਕੀ ਸੀ, ਜਿਵੇਂ ETT 6635 ਸੀ, ਸਾਲ 2021 ਸੀ ਅਤੇ ETT ਕੀਤੀ ਹੈ ਤਾਂ ਹਾਂਜੀ ਆਏਗਾ। ਰਜਿਸਟ੍ਰੇਸ਼ਨ ਨੰਬਰ ਲਿਖਣਾ ਹੈ, ਫਿਰ ਰੋਲ ਨੰਬਰ ਲਿਖਣਾ, ਤੁਹਾਨੂੰ ਕਿੰਨੇ ਨੰਬਰ ਆਏ, ਮੰਨ ਲਓ 70 ਆਏ ਤਾਂ 70, ਜੇ 60 ਆਏ ਤਾਂ 60। ਇੱਕ ਤੁਸੀਂ ਫੋਟੋ ਚਿਪਕਾਉਣੀ ਹੈ। ਤੁਸੀਂ ਕੈਟੇਗਰੀ ਸਿਲੈਕਟ ਕਰਨੀ ਜਿਹੜੀ ਦੇ ਵਿੱਚ ਤੁਸੀਂ ਅਪਲਾਈ ਕੀਤਾ। ਜੇ ਤੁਸੀਂ ਇੱਕ ਕੈਟੇਗਰੀ ਦੇ ਵਿੱਚ ਅਪਲਾਈ ਕੀਤਾ ਤਾਂ ਇੱਕ ਹੀ ਕਰੋਗੇ, ਜੇ ਦੋ ਦੇ ਵਿੱਚ ਕੀਤਾ ਤਾਂ ਤੁਸੀਂ ਦੋ ਫਾਈਲਸ ਤਿਆਰ ਕਰਨੀਆਂ। ਇੱਕ ਹੀ ਫੋਰਮ 'ਤੇ ਦੋ ਕੈਟੇਗਰੀ ਨਹੀਂ ਸਿਲੈਕਟ ਕਰ ਸਕਦੇ। ਇੱਕ ਫਾਈਲ ਤਿਆਰ ਕਰਨੀ ਹੈ ਇੱਕ ਕੈਟੇਗਰੀ ਵਾਸਤੇ, ਦੋ ਫਾਈਲਾਂ ਰੈਡੀ ਕਰਨੀਆਂ ਦੋ ਕੈਟੇਗਰੀ ਵਾਸਤੇ। ਸੋ ਬਾਕੀ ਸਾਰਾ ਫੋਰਮ ਤੁਸੀਂ ਫਿਲ ਕਰ ਹੀ ਲਓਗੇ। ਅਤੇ ਅੰਗੂਠੇ ਦਾ ਜੋ ਅੰਗੂਠਾ ਹੈ ਉਹ ਤੁਸੀਂ ਗਰਲਸ ਨੇ ਲਾਉਣਾ ਹੈ ਰਾਈਟ ਅਤੇ ਬੋਇਜ਼ ਨੇ ਲਾਉਣਾ ਲੈਫਟ। ਅਗਲਾ ਸਾਡੇ ਕੋਲ ਹੈ ਵਿੱਦਿਅਕ ਯੋਗਤਾ ਬਾਰੇ, ਜਿਵੇਂ ਤੁਸੀਂ 10ਵੀਂ 12ਵੀਂ ETT ਤੇ ਗ੍ਰੈਜੂਏਸ਼ਨ ਕੀਤੀ ਹੈ ਪੰਜਾਬ ਬੋਰਡ ਤੋਂ, SCRT ਬੋਰਡ ਤੋਂ। ਅਤੇ ਸੈਸ਼ਨ ਪੁੱਛਿਆ ਜਿਵੇਂ 2015 16 ਸੀ, 17 18 ਸੀ ਅਤੇ 18 20 ਸੀ। ਇਸ ਤਰ੍ਹਾਂ ਸੈਸ਼ਨ ਲਿਖਣੇ ਆ ਤੁਸੀਂ ਵੀ ਕਿਹੜੇ ਕਿਹੜੇ ਸਾਲ ਦੇ ਵਿੱਚ ਕੀਤੀ ਹੈ। ਫਿਰ ਤੁਸੀਂ ਗ੍ਰੈਜੂਏਸ਼ਨ ਨਹੀਂ ਕੀਤੀ ਹੋਈ, ਜੇ ਓਬਵੀਅਸ ਹੈ 20 ਤੱਕ ਕੀਤਾ ਤਾਂ। ਅਤੇ ਸਬਜੈਕਟ ਪੁੱਛਿਆ ਵੀ ਤੁਸੀਂ ਕਿਹੜੇ ਕਿਹੜੇ ਸਬਜੈਕਟ ਪੜ੍ਹੇ ਆ, ਅਤੇ ਇੱਥੇ ਤੁਸੀਂ ਸਾਰੇ ਹੀ ਲਿਖ ਦੇਣਾ। ਸਾਰੇ ਸਬਜੈਕਟ ਲਿਖਣ ਦੀ ਲੋੜ ਨਹੀਂ, ਬਸ ਸਾਰੇ ਸ਼ਬਦ ਲਿਖ ਦੇਣਾ। ਰੈਗੂਲਰ ਕੀਤੀ ਤਾਂ ਰੈਗੂਲਰ ਲਿਖੋਗੇ, ਬਾਕੀ ਤੁਸੀਂ ਆਪਦੇ ਨੰਬਰ ਲਿਖਣੇ ਹੈ। ਉਸ ਤੋਂ ਬਾਅਦ ਹੈ ਪੰਜਾਬੀ ਪਾਸ ਦਾ, ਅਤੇ ਪੰਜਾਬੀ ਦਾ ਪਾਸ ਦੇ ਵਿੱਚ ਤੁਸੀਂ 10ਵੀਂ ਦਾ ਲਿਖਣਾ ਹੈ। ਇਸ਼ੂ ਡੇਟ ਜਾਂ ਪਾਸ ਡੇਟ ਕਿਹੜੀ ਲਿਖਣੀ ਹੈ, ਜਦੋਂ ਤੁਹਾਡਾ ਸਰਟੀਫਿਕੇਟ ਬਣ ਕੇ ਆਇਆ ਸੀ ਉਹ ਲਿਖਣੀ ਹੈ। ETT ਦੇ ਵਿੱਚ ਤੁਹਾਡਾ ਜੋ 18ਵੀਂ ਸੈਸ਼ਨ ਦਾ ਹੈ ਉਹ ਆਏਗਾ 10 ਮਈ 2021 ਸ਼ਾਇਦ ਰਿਜ਼ਲਟ ਆਇਆ ਸੀ, ਉਹ ਤੁਸੀਂ ਤਰੀਕ ਲਿਖਣੀ ਹੈ। ਉਸ ਤੋਂ ਅੱਗੇ ਹੈ ਪੰਜਾਬ ਵਸਨੀਕ ਦਾ, ਤਾਂ ਉਹਦੇ 'ਤੇ ਲੜੀ ਨੰਬਰ ਇੱਕ ਸਾਈਡ 'ਤੇ ਲਿਖਿਆ ਹੁੰਦਾ ਉੱਪਰ, ਉਹ ਲਿਖਣਾ ਹੈ। ਤਹਿਸੀਲਦਾਰ ਤੋਂ ਪਾਸ ਕਰਵਾਇਆ ਤਾਂ ਤਹਿਸੀਲਦਾਰ ਆਏਗਾ। ਕਿੱਥੋਂ ਸਰਟੀਫਿਕੇਟ ਬਣਵਾਇਆ, ਜੇ ਬਠਿੰਡਾ ਤੋਂ ਬਣਵਾਇਆ ਤਾਂ ਬਠਿੰਡਾ, ਜੇ ਮੁਕਤਸਰ ਤੋਂ ਬਣਵਾਇਆ ਤਾਂ ਮੁਕਤਸਰ, ਜੇ ਅਬੋਹਰ ਤੋਂ ਬਣਵਾਇਆ ਤਾਂ ਅਬੋਹਰ, ਤਾਂ ਇੱਥੇ ਉਹ ਆਏਗਾ। ਉਸ ਤੋਂ ਬਾਅਦ ਹੈ ਤੁਹਾਡੀ ਜੋ ਕੈਟੇਗਰੀ ਹੈ ਉਹਦੇ ਅਕੋਰਡਿੰਗ ਤੁਸੀਂ ਕੈਟੇਗਰੀ ਵਾਲਾ ਵੀ ਭਰਨਾ। ਇਹ ਪੰਜਾਬ ਵਸਨੀਕ ਦਾ ਸੀ। ਕੈਟੇਗਰੀ ਜੋ ਵੀ ਤੁਹਾਡੀ ਹੋਏਗੀ ਤੁਸੀਂ ਉਸ ਅਕੋਰਡਿੰਗ ਉਹਨੂੰ ਭਰਨਾ। ਜੇ ਤੁਸੀਂ BC ਕੈਟੇਗਰੀ ਦੇ ਵਿੱਚੋਂ ਤਾਂ ਉੱਪਰ ਵਾਲਾ ਜੋ BC ਵਾਲਾ ਹੈ ਉਹ ਫਿਲ ਕਰਨਾ। ਜੇ ਜਰਨਲ ਦੇ ਵਿੱਚੋਂ ਫਿਰ ਤੁਸੀਂ ਇਹਦੇ ਵਿੱਚੋਂ ਕੁਛ ਵੀ ਨਹੀਂ ਫਿਲ ਕਰਨਾ, ਫਿਰ NA ਲਿਖ ਦੇਣਾ। ਜਿਹੜਾ ਅਸੀਂ ਫੋਰਮ ਨਹੀਂ ਫਿਲ ਕਰਨਾ ਉੱਥੇ NA ਲਿਖਣਾ। ਇਸ ਲਿਸਟ ਦੇ ਵਿੱਚ ਤੁਸੀਂ ਜੋ ਤੁਹਾਡੇ ਕੋਲ ਸਰਟੀਫਿਕੇਟ ਹੈ ਜਾਂ ਜੋ ਵੀ ਤੁਹਾਡੇ ਕੋਲ ਪਰਫੋਰਮੈਂਸ ਹੈ ਉਹ ਜੇ ਹੈ ਤਾਂ ਤੁਸੀਂ ਹਾਂ ਲਿਖਣਾ, ਜੇ ਨਹੀਂ ਹੈ ਤਾਂ ਡੈਸ਼ ਲਾ ਦੇਣਾ। ਇੱਕ ਲਾਸਟ ਹੈ ਪੁਆਇੰਟ ਕਿ ਈਮੇਲ 'ਤੇ ਸੈਂਡ ਕੀਤਾ ਕਿ ਨਹੀਂ ਤੁਸੀਂ ETT 6635@gmail.com 'ਤੇ ਇਸ ਪਰਫੋਰਮਾ ਜੋ ਤੁਹਾਡੀ ਫਾਈਲ ਹੈ ਇਸ ਨੂੰ ਸਾਰੀ ਨੂੰ ਰੈਡੀ ਕਰਕੇ ਸੈਂਡ ਕਰਨਾ ਹੈ, ਜ਼ਰੂਰੀ ਹੈ। ਉਸ ਤੋਂ ਅੱਗੇ ਹੈ ਉਮੀਦਵਾਰ ਦਾ ਨਾਮ, ਪਿਤਾ ਦਾ ਨਾਮ, ਰਜਿਸਟ੍ਰੇਸ਼ਨ ਨੰਬਰ, ਰੋਲ ਨੰਬਰ, ਇਹ ਸਾਰਾ ਕੁਛ ਅਸੀਂ ਭਰਨਾ ਹੈ। ਬਾਕੀ ਸਾਰਾ ਸਕਰੂਟਨੀ ਦੇ ਟਾਈਮ ਉੱਥੋਂ ਦੀ ਜੋ ਡਿਪਾਰਟਮੈਂਟ ਹੈ ਉਹੀ ਭਰੇਗਾ। ਇੱਥੇ ਸਕਰੂਟਨੀ ਟਾਈਮ ਹੀ ਸਾਈਨ ਹੋਣਗੇ। ਅਗਲਾ ਫੋਰਮ ਹੈ ਵਿੱਦਿਅਕ ਯੋਗਤਾ ਬਾਰੇ, ਤੁਸੀਂ ਇਹ ਸਾਰਾ ਭਰਨਾ। ਇਹਦੇ ਵਿੱਚ 10ਵੀਂ 12ਵੀਂ ETT ਤੇ ਗ੍ਰੈਜੂਏਸ਼ਨ ਦਾ ਲਿਖਣਾ ਹੈ। ਜੇ ਤੁਹਾਡੇ ਕੋਲ ਹਾਈਅਰ ਕੁਆਲੀਫਿਕੇਸ਼ਨ ਹੈ ਕੋਈ ਉਹ ਤੁਸੀਂ ਲਿਖ ਦੇਣੀ ਹੈ, ਜੇ ਨਹੀਂ ਹੈ ਤਾਂ NA ਲਿਖ ਦੇਣਾ। ਜਿਹੜੇ ਕੁਐਸਚਨ ਪੁੱਛੇ ਨੇ ਡਿਸਟੈਂਸ ਲਰਨਿੰਗ ਲਈ ਪੁੱਛੇ ਨੇ, ਜਿਹਨਾਂ ਨੇ ਓਪਨ ਦੇ ਵਿੱਚ ਕੀਤਾ ਸਾਰਾ ਕੁਛ ਉਹਨਾਂ ਨੇ ਭਰਨਾ। ਜਿਨ੍ਹਾਂ ਨੇ ਓਪਨ ਦੇ ਵਿੱਚ ਨਹੀਂ ਕੀਤਾ ਉਹਨਾਂ ਨੇ ਸਿੰਪਲ NA ਲਿਖ ਦੇਣਾ। ਜਿੱਥੇ ਬਿਆਨਕਰਤਾ ਲਿਖਿਆ ਹੋਇਆ ਉੱਥੇ ਤੁਸੀਂ ਆਪਣੇ ਸਾਈਨ ਕਰਨੇ ਆ। ਹਰੇਕ ਪੇਜ 'ਤੇ ਤੁਹਾਡੇ ਸਾਈਨ ਹੋਣੇ ਚਾਹੀਦੇ ਆ ਕਿਉਂਕਿ ਉੱਥੇ ਲਿਖਿਆ ਵੀ ਹੋਇਆ ਅਤੇ ਤੁਸੀਂ ਖੁਦ ਵੀ ਕਰਨੇ ਆ। ਸੋ ਇਹ ਸਾਈਨ ਕਰਨਾ ਨਾ ਭੁੱਲਿਓ। ਅਤੇ ਅਗਲਾ ਹੈ ਸਵੈ ਘੋਸ਼ਣਾ। ਇਹ ਸਵੈ ਘੋਸ਼ਣਾ ਸਿਰਫ BC SC ਉਹਨਾਂ ਲਈ ਹੈ, ਇਹ ਜਰਨਲ ਦੇ ਲਈ ਨਹੀਂ ਹੈ। ਜਰਨਲ ਨੇ ਨਹੀਂ ਭਰਨਾ ਪਰਫੋਰਮਾ, ਸਿੰਪਲੀ ਭਰਨਾ ਅਤੇ ਆਪਣੀ ਫੋਟੋ ਲਗਾ ਦੇਣੀ ਹੈ ਇੱਥੇ, ਇੰਨਾ ਇਸ਼ੂ ਨਹੀਂ ਹੈਗਾ। ਉਸ ਤੋਂ ਅੱਗੇ ਅਸੀਂ ਜਾਣਦੇ ਹਾਂ ਕਿ ਕਿਵੇਂ ਅਸੀਂ ਫਾਈਲ ਰੈਡੀ ਕਰਕੇ ਲੈ ਕੇ ਜਾਣੀ ਹੈ। ਫਾਈਲ ਰੈਡੀ ਕਰਨ ਵਾਸਤੇ ਤੁਹਾਡੇ ਕੋਲ ਇੱਕ ਫਾਈਲ ਕਵਰ ਹੋਣਾ ਚਾਹੀਦਾ। ਉਹਦੇ 'ਤੇ ਤੁਸੀਂ ਰਜਿਸਟ੍ਰੇਸ਼ਨ ਵਾਲਾ ਜੋ ਫਸਟ 'ਤੇ ਪੇਜ ਦੱਸਿਆ ਸੀ ਉਹ ਚਿਪਕਾ ਕੇ ਲੈ ਕੇ ਜਾਣਾ। ਫਿਰ ਤੁਸੀਂ ਪੜਤਾਲ ਫਾਰਮ ਉਹਦੇ ਵਿੱਚ ਹੋਣਾ ਚਾਹੀਦਾ। ਵਿੱਦਿਅਕ ਯੋਗਤਾ ਵਾਲੀ ਸਵੈ ਘੋਸ਼ਣਾ, ਫਿਰ ਸਵੈ ਘੋਸ਼ਣਾ ਪੱਤਰ, ਇਹ ਜਰਨਲੀ ਨਹੀਂ ਹੈ ਬਾਕੀ ਕਾਸਟ ਲਈ ਹੈ। ਫਿਰ ਐਪਲੀਕੇਸ਼ਨ ਫੋਰਮ ਜਿਹੜਾ ਅਪਲਾਈ ਕੀਤਾ ਸੀ ਉਦੋਂ ਦਾ, ਫਿਰ ਐਡਮਿਟ ਕਾਰਡ, ਫਿਰ ETT 6635 ਜੋ ਰਿਜ਼ਲਟ ਆਇਆ ਸੀ ਉਹਦੇ ਵਿੱਚ ਤੁਹਾਡਾ ਨਾਮ ਜਿਹੜੇ ਪੇਜ 'ਤੇ ਹੈ ਉਹਨੂੰ ਹਾਈਲਾਈਟ ਕਰਕੇ ਲੈ ਕੇ ਜਾਣਾ। ਫਿਰ 10ਵੀਂ ਦਾ, ਫਿਰ 12ਵੀਂ ਦਾ, ਫਿਰ ETT ਪਾਸ ਦਾ ਅਤੇ ਫਿਰ PSTET 1 ਦਾ। ਫਿਰ ਤੁਸੀਂ ਕਾਸਟ ਸਰਟੀਫਿਕੇਟ
ਪੰਜਾਬ ਰੈਜ਼ੀਡੈਂਸ ਤੇ ਆਧਾਰ ਕਾਰਡ ਇਹਨਾਂ ਸਾਰਿਆਂ ਦੀ ਫੋਟੋ ਕਾਪੀਜ਼ ਲੈ ਕੇ ਜਾਣੀ ਹੈ, ਪਲੱਸ ਇਹ ਰੀਅਲ 'ਚ ਵੀ ਹੋਣੀ ਚਾਹੀਦੀ ਹੈ। ਜੋ ਸਾਡੇ ਕੋਲ ਹੈ 6 ਪੇਜ ਤੱਕ ਇਹ ਤਾਂ ਫੋਟੋ ਕਾਪੀਜ਼ 'ਤੇ ਭਰਨਾ ਅਸੀਂ ਜਾਂ ਫੋਟੋ ਕਾਪੀਜ਼ ਹੋਣਗੀਆਂ, ਅਤੇ 7 ਤੋਂ ਲੈ ਕੇ 13 ਤੱਕ ਸਾਡੇ ਕੋਲ ਰੀਅਲ ਵੀ ਹੋਣੇ ਚਾਹੀਦੇ ਹੈ, ਅਤੇ ਇਹਨਾਂ ਦਾ ਫੋਟੋ ਕਾਪੀਜ਼ ਹੋਣੀ ਚਾਹੀਦੀ ਹੈ। ਅਤੇ ਤੁਸੀਂ ਇਹ ਸਾਰੇ ਡਾਕੂਮੈਂਟਸ ਧਿਆਨ ਨਾਲ ਲੈ ਕੇ ਜਾਣੇ ਆ, ਰੀਅਲ ਲੈ ਕੇ ਜਾਣੇ ਆ, ਫੋਟੋ ਕਾਪੀਜ਼ ਲੈ ਕੇ ਜਾਣੀ ਹੈ। ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਉੱਥੇ ਜਾ ਕੇ ਪ੍ਰੋਸੈਸ ਕਿਵੇਂ ਸਟਾਰਟ ਹੁੰਦਾ ਹੈ। ਤੁਸੀਂ ਉੱਥੇ 9 ਜਾਂ 10 ਵਜੇ ਜਦੋਂ ਵੀ ਪਹੁੰਚ ਜਾਂਦੇ ਹੋ, 3 ਵਜੇ ਤੱਕ ਦਾ ਟਾਈਮ ਹੈ, ਤੁਸੀਂ ਉੱਥੇ ਆ ਕੇ ਲਿਸਟ ਚੈੱਕ ਕਰਨੀ ਹੈ। ਲਿਸਟ ਦੇ ਵਿੱਚ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਦੇ ਅਕੋਰਡਿੰਗ ਅਤੇ ਡੇਟ ਆਫ ਬਰਥ ਦੇ ਅਕੋਰਡਿੰਗ ਤੁਸੀਂ ਦੇਖਣਾ ਹੈ ਕਿ ਸਾਡਾ ਸੀਰੀਅਲ ਨੰਬਰ ਕਿੰਨਾ ਅਤੇ ਸਾਡਾ ਕਮੇਟੀ ਨੰਬਰ ਕਿੰਨਾ ਹੈ। ਜਿਹੜੀ ਕਮੇਟੀ ਕੋਲ ਤੁਹਾਡਾ ਹੋਏਗਾ, ਉਸ ਕਮੇਟੀ ਕੋਲ ਦੇ ਟੀਚਰਸ ਜੋ ਨੇ ਉੱਥੇ, ਉਹਨਾਂ ਕੋਲ ਜਾ ਕੇ ਤੁਸੀਂ ਆਪਣੇ ਡਾਕੂਮੈਂਟਸ ਚੈੱਕ ਕਰਵਾਉਣੇ ਨੇ। ਇਹ ਪ੍ਰੋਸੀਜਰ ਲਗਭਗ 10 ਮਿੰਟ ਦਾ ਮਸਾਂ ਹੋਏਗਾ। ਡਿਪਾਰਟਮੈਂਟ ਦਾ ਜੋ ਸਟਾਫ ਹੈ ਬਹੁਤ ਜ਼ਿਆਦਾ ਕੋਆਪਰੇਟਿਵ ਹੈ, ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣੇ ਡਾਕੂਮੈਂਟਸ ਸਹੀ ਤਰਤੀਬ ਦੇ ਵਿੱਚ ਇਸ ਤਰ੍ਹਾਂ ਲੈ ਕੇ ਜਾਇਓ, ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਫੇਸ ਕਰਨੀ ਪਊਗੀ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ। ਲਾਈਕ, ਸ਼ੇਅਰ, ਕਮੈਂਟ ਐਂਡ ਡੂ ਫॉरगेट ਟੂ ਸਬਸਕ੍ਰਾਈਬ ਦ ਚੈਨਲ।